मैं हाँ गीतू गुलाटी। ਹੁਣ ਪੇਸ਼ ਨੇ ਇਸ ਬੁਲੇਟਿਨ ਦੀਆਂ ਮੁੱਖ ਖਬਰਾਂ। ਦੇਸ਼ ਅੱਜ ਸਾਲ 2001 ਵਿੱਚ ਸੰਸਦ ਦੇ ਹੋਏ ਅੱਤਵਾਦੀ ਹਮਲੇ ਦੌਰਾਨ ਜਾਨਾਂ ਗਵਾਉਣ ਵਾਲੇ ਬਹਾਦਰ ਸੈਨਿਕਾਂ ਨੂੰ ਦੇ ਰਿਹਾ ਹੈ ਸ਼ਰਧਾਂਜਲੀ। ਕੇਂਦਰੀ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਭਾਰਤੀ ਹਥਿਆਰਬੰਦ ਫੌਜ ਦੇਸ਼ ਦੀ ਖੇਤਰੀ ਅਖੰਡਤਾ ਦੀ ਰੱਖਿਆ ਲਈ ਹੈ ਵਚਨਬੱਧ। ਅਤੇ ਭਾਰਤ ਦੀ ਪ੍ਰਧਾਨਗੀ ਹੇਠ G20 ਵਿਕਾਸ ਕਾਰਜ ਸਮੂਹ ਦੀ ਮੀਟਿੰਗ ਅੱਜ ਮੁੰਬਈ ਵਿੱਚ ਅਤੇ G20 ਸਮੂਹ ਦੇ ਮਾਲੀ ਖੇਤਰ ਦੀ ਪਹਿਲੀ ਮੀਟਿੰਗ ਬੈਂਗਲੁਰੂ ਵਿੱਚ ਹੋਈ ਸ਼ੁਰੂ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਸਾਲ 2001 ਵਿੱਚ ਸੰਸਦ ਦੇ ਹੋਏ ਅੱਤਵਾਦੀ ਹਮਲੇ ਦੌਰਾਨ ਜਾਨਾਂ ਗਵਾਉਣ ਵਾਲੇ ਸ਼ਹੀਦਾਂ ਨੂੰ ਅੱਜ ਸੰਸਦ ਭਵਨ ਦੇ ਵਿਹੜੇ ਵਿੱਚ ਸ਼ਰਧਾਂਜਲੀ ਦਿੱਤੀ ਗਈ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ, ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਨੇਤਾਵਾਂ ਨੇ ਸ਼ਰਧਾਂਜਲੀ ਦਿੱਤੀ। ਰਾਜ ਸਭਾ ਦੇ ਨੇਤਾ ਪਿਊਸ਼ ਗੋਇਲ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾ ਅਰਜੁਨ ਖੜਗੇ ਸਮੇਤ ਹੋਰ ਮੰਤਰੀਆਂ, ਲੋਕ ਸਭਾ ਦੇ ਰਾਜ ਸਭਾ ਦੇ ਮੈਂਬਰਾਂ ਨੇ ਸ਼ਹੀਦਾਂ ਨੂੰ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਦਿੱਤੀ। ਇੱਕ ਟਵੀਟ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਇਹਨਾਂ ਸ਼ਹੀਦਾਂ ਦੀ ਸੇਵਾ, ਬਹਾਦਰੀ ਅਤੇ ਬਲੀਦਾਨ ਨੂੰ ਕਦੇ ਭੁਲਾ ਨਹੀਂ ਸਕਦਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ਦੇ ਰਾਜੀਵ ਗਾਂਧੀ ਫਾਊਂਡੇਸ਼ਨ ਵੱਲੋਂ ਵਿਦੇਸ਼ੀ ਅੰਸ਼ਦਾਨ ਨਿਯਮ ਕਾਨੂੰਨ ਦੀ ਉਲੰਘਣਾ ਦੇ ਸਵਾਲ ਤੋਂ ਬਚਣ ਲਈ ਭਾਰਤ ਚੀਨ ਝੜਪ ਦਾ ਮੁੱਦਾ ਚੁੱਕਣ ਦਾ ਦੋਸ਼ ਲਗਾਇਆ। ਕੇਂਦਰੀ ਗ੍ਰਹਿ ਮੰਤਰੀ ਨੇ ਸਦਨ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ 2005 ਤੋਂ 2007 ਦੌਰਾਨ ਚੀਨੀ ਅੰਬੈਸੀ ਤੋਂ 1 ਕਰੋੜ 35 ਲੱਖ ਰੁਪਏ ਦਾ ਅਨੁਦਾਨ ਮਿਲਿਆ, ਜੋ ਵਿਦੇਸ਼ੀ ਅੰਸ਼ਦਾਨ ਕਾਨੂੰਨ FCRA ਮੁਤਾबिक ਸਹੀ नहीं ਸੀ। सरकार है, नरेंद्र मोदी इसके प्रधानमंत्री है और जब तक भारतीय जनता पार्टी की मोदी सरकार चल रही है, 1 इंच जमीन पर भी कोई कब्जा नहीं कर सकता। कल अपने सेना के जवानों ने जो 8 की देर रात को और 9 की सुबह को जो वीरता दिखाई है, मैं इसकी बुरी बुरी प्रशंसा करता हूं। इन्होंने घुसे हुए सभी लोगों को कुछ ही घंटों में वापस खदेड़ दिया और हमारी भूमि का रक्षण किया है। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਲੋਕ ਸਭਾ ਵਿੱਚ ਇਸ ਬਾਰੇ ਇੱਕ ਸਵਾਲ ਸੂਚੀਬੱਧ ਸੀ, ਪਰ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਸਦਨ ਦੀ ਕਾਰਵਾਈ ਵਿੱਚ ਅੜਿੱਕਾ ਪਾਇਆ। ਉਹਨਾਂ ਨੇ ਕਿਹਾ ਕਿ ਜਦ ਤੱਕ ਨਰਿੰਦਰ ਮੋਦੀ ਸਰਕਾਰ ਸੱਤਾ ਵਿੱਚ ਹੈ, ਕੋਈ ਵੀ ਭਾਰਤ ਦੀ 1 ਇੰਚ ਜ਼ਮੀਨ ਤੇ ਵੀ ਕਬਜ਼ਾ ਨਹੀਂ ਕਰ ਸਕਦਾ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਤਵਾਂਗ ਖੇਤਰ ਵਿੱਚ ਭਾਰਤੀ ਅਤੇ ਚੀਨੀ ਸੈਨਾਵਾਂ ਵਿੱਚ ਹੋਈ ਝੜਪ ਦੌਰਾਨ ਨਾ ਤਾਂ ਕਿਸੇ ਜਵਾਨ ਦੀ ਮੌਤ ਹੋਈ ਹੈ ਅਤੇ ਨਾ ਹੀ ਕੋਈ ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ। ਤਵਾਂਗ ਦੀ ਘਟਨਾ ਤੇ ਅੱਜ ਲੋਕ ਸਭਾ ਵਿੱਚ ਬਿਆਨ ਦਿੰਦਿਆਂ ਰੱਖਿਆ ਮੰਤਰੀ ਨੇ ਦੱਸਿਆ ਕਿ ਚੀਨੀ ਸੈਨਿਕਾਂ ਨੇ ਇਸ ਮਹੀਨੇ ਦੀ 9 ਤਾਰੀਖ ਨੂੰ ਯਾਂਗਤਸੇ ਖੇਤਰ ਵਿੱਚ ਅਸਲ ਕੰਟਰੋਲ ਰੇਖਾ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਸੈਨਿਕਾਂ ਨੇ ਚੀਨ ਦੇ ਸੈਨਿਕਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਉਹਨਾਂ ਦੀ ਕੋਸ਼ਿਸ਼ ਨੂੰ ਫੇਲ ਕਰ ਦਿੱਤਾ। चाइनीज PLA ट्रुप्स ने तवांग सेक्टर के यांगसे एरिया में लाइन ऑफ एक्चुअल कंट्रोल पर अतिक्रमण कर स्टेटस को एक तरफा बदलने का प्रयास किया। चाइना के इस प्रयास का हमारी सेना ने दृढ़ता के साथ सामना किया। और सदन को यह भी बताना चाहूंगा, इस फेस ऑफ में हाथापाई भी हुई और भारतीय सेना ने बहादुरी से PLA को हमारी टेरिटरी में अतिक्रमण करने से रोका और उन्हें उनकी पोस्ट पर वापस जाने के लिए मजबूर कर दिया। ਰੱਖਿਆ ਮੰਤਰੀ ਨੇ ਦੱਸਿਆ ਕਿ ਇਹ ਝੜਪ ਹੱਥੋਂ-ਪਾਈ ਵਿੱਚ ਬਦਲ ਗਈ, ਜਿਸ ਦਾ ਸਾਡੀ ਸੈਨਾ ਨੇ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਚੀਨ ਦੇ ਸੈਨਿਕਾਂ ਨੂੰ ਭਾਰਤੀ ਖੇਤਰ ਵਿੱਚ ਆਉਣ ਤੋਂ ਰੋਕਦੇ ਹੋਏ ਉਹਨਾਂ ਨੂੰ ਵਾਪਸ ਆਪਣੀਆਂ ਚੌਂਕੀਆਂ ਵੱਲ ਜਾਣ ਲਈ ਮਜਬੂਰ ਕਰ ਦਿੱਤਾ। ਉਹਨਾਂ ਦੱਸਿਆ ਕਿ ਇਸ ਹੱਥੋਂ-ਪਾਈ ਵਿੱਚ ਦੋਵੇਂ ਪਾਸਿਆਂ ਦੇ ਕੁਝ ਜਵਾਨ ਜ਼ਖਮੀ ਹੋਏ ਨੇ ਤੇ ਭਾਰਤੀ ਸੈਨਾ ਦੇ ਕਮਾਂਡਰਾਂ ਨੇ ਸਮੇਂ ਸਿਰ ਦਖਲ ਦਿੱਤਾ ਅਤੇ ਚੀਨ ਦੇ ਸੈਨਿਕ ਆਪਣੀਆਂ ਚੌਂਕੀਆਂ ਵੱਲ ਵਾਪਸ ਚਲੇ ਗਏ। ਰਾਜਨਾਥ ਸਿੰਘ ਨੇ ਕਿਹਾ ਹੈ ਕਿ 11 ਦਸੰਬਰ ਨੂੰ ਦੋਨਾਂ ਪੱਖਾਂ ਦੇ ਸਥਾਨਕ ਕਮਾਂਡਰਾਂ ਦੀ ਬੈਠਕ ਹੋਈ ਹੈ ਅਤੇ ਚੀਨੀ ਪੱਖ ਨੂੰ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੋਂ ਬਚਣ ਅਤੇ ਸਰਹੱਦ ਤੇ ਸ਼ਾਂਤੀ ਅਤੇ ਸਦਭਾਵਨਾ ਬਣਾਏ ਰੱਖਣ ਲਈ ਕਿਹਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਮੁੱਦੇ ਨੂੰ ਕੂਟਨੀਤਿਕ ਜ਼ਰੀਏ ਰਾਹੀਂ ਵੀ ਚੀਨ ਅੱਗੇ ਚੁੱਕਿਆ ਗਿਆ ਹੈ। ਉਹਨਾਂ ਨੇ ਸਦਨ ਨੂੰ ਭਰੋਸਾ ਦਿਵਾਇਆ ਹੈ ਕਿ ਭਾਰਤੀ ਫੌਜ ਦੇਸ਼ ਦੀ ਭੂਗੋਲਿਕ ਅਖੰਡਤਾ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਅਸਫਲ ਕਰਦੀ ਰਹੇਗੀ। ਇਸ ਤੋਂ ਇਲਾਵਾ ਸੰਸਦ ਦੇ ਸਰਦਰੁੱਤ ਇਜਲਾਸ ਤਹਿਤ ਅੱਜ ਦੀ ਕਾਰਵਾਈ ਵਿਰੋਧੀ ਧਿਰ ਦੇ ਰੌਲੇ ਰੱਪੇ ਕਾਰਨ ਕਈ ਵਾਰ ਪ੍ਰਭਾਵਿਤ ਹੋਈ। ਭਾਰਤ ਦੀ ਪ੍ਰਧਾਨਗੀ ਹੇਠ G20 ਵਿਕਾਸ ਕਾਰਜ ਸਮੂਹ ਦੀ ਮੀਟਿੰਗ ਅੱਜ ਮੁੰਬਈ ਵਿੱਚ ਸ਼ੁਰੂ ਹੋ ਗਈ ਹੈ। ਭਾਰਤ ਦੇ G20 ਸ਼ੇਰਪਾ ਅਮਿਤਾਭ ਕਾਂਤ ਨੇ ਮੀਟਿੰਗ ਦੇ ਸ਼ੁਰੂਆਤੀ ਸੈਸ਼ਨ ਵਿੱਚ ਬੋਲਦਿਆਂ ਕਿਹਾ ਹੈ ਕਿ ਭਾਰਤ ਸਰਕਾਰ ਨੇ ਦੇਸ਼ ਵਿੱਚ ਬਿਹਤਰ ਡੇਟਾ ਪ੍ਰਬੰਧਨ ਰਾਹੀਂ ਡੇਟਾ ਗਵਰਨੈਂਸ ਕੁਆਲਿਟੀ ਇੰਡੈਕਸ ਜਿਹੀ
कई पहल कीती है। Meeting at a point of time when the world is in the midst of a turmoil. Our belief is that every crisis is also a huge opportunity, and there cannot be a better opportunity than what the Prime Minister Modi has said, that India's G20 leadership will be decisive, will be inclusive, will be action-oriented. उन्होंने कहा कि घੱਟ विकसित ਅਤੇ ਵਿਕਾਸਸ਼ੀਲ ਦੇਸ਼ ਵਧੀਆ ਡਾਟਾ ਪ੍ਰਬੰਧਨ ਤੋਂ ਬਿਨਾਂ ਤਕਨੀਕ ਦੇ ਖੇਤਰ ਵਿੱਚ ਵਿਕਾਸ ਨਹੀਂ ਕਰ ਸਕਦੇ ਅਤੇ G20 ਨੇ ਅਜਿਹੇ ਸਮੇਂ ਵਿੱਚ ਖਾਸ ਭੂਮਿਕਾ ਨਿਭਾਈ ਹੈ ਜਦ ਪੂਰੀ ਦੁਨੀਆ 'ਚ ਆਰਥਿਕ ਵਿਕਾਸ 'ਚ ਅੜਿੱਕਾ ਪੈ ਰਿਹਾ ਸੀ। उन्होंने कहा कि G20 विकास कार्य समूह की यह मीटिंग पूरे विश्व में उथल पुथल दौरान हो रही है। भारत को G20 की प्रधानगी कोविड महामारी और दुनिया च आर्थिक संकट दौरान मिली है। मौजूदा समय में जलवायु संकट नाल नजिठण लई लोड़ींदी माली मदद और कार्रवाई की कमी के नाल दुनिया च सप्लाई चेन भी प्रभावित है। उन्होंने कहा कि भारत का मनना है कि हर संकट समय मौकों दी संभावनावां मौजूद होंदियां ने। उन्होंने कहा कि इस मौके बारे प्रधानमंत्री मोदी का मनना है कि भारत की अगवाई में G20 की प्रधानगी फैसलाकुन होगी। इस तो इलावा G20 समूह के माली और केंद्रीय बैंकों के उप प्रमुखों, खजाना मंत्रियों और केंद्रीय बैंक के गवर्नर की पहली मीटिंग अज बेंगलुरु में शुरू हुई। मीटिंग दौरान माली नुकसान की निगरानी, ग्लोबल आर्थिक दृष्टिकोण, एक वधेरे स्थिर और लचकीले ग्लोबल वित्ती ढांचे लिए सुधार, कौमांतरी टैक्स, माली गुणवत्ता, बुनियादी ढांचा, वित्त समावेश आदि मुद्दों पर चर्चा की जा रही है। हरियाणा मनुखी अधिकार कमिशन के प्रधान और साबका जज SK मित्तल ने कहा है कि हरियाणा मनुखी अधिकार कमिशन एक समर्थ, जवाबदेह और अधिकारित संस्था है जो मनुखी अधिकारों लिए वचनबद्ध है। हरियाणा मनुखी अधिकार कमिशन के 10 वरे पूरे होने मौके प्रेस कॉन्फ्रेंस दौरान उन्होंने एक गल आखदियां कहा कि मनुखी अधिकारों बारे जागरूकता फैलाने लिए कमिशन वालों प्रोग्राम चलाए जाएंगे। उन्होंने कहा कि कमिशन अपने अधिकार खेत्र तहत ਵੱਖ-ਵੱਖ ਕਾਰਜਾਂ ਨੂੰ पूरा करने लिए लगातार सेहत, भोजन, सिक्ख्या नाल संबंधित अधिकारों, अनुसूचित जाति और जनजाति समुदाय नाल संबंधित व्यक्तियों के अधिकारों के संबंध में काम करने के नाल कमज़ोर वर्गों के अधिकारों ते मनुखी अधिकार, सिक्ख्या बारे सिखलाई और जागरूकता फैला रही है। जिनमें से 22,500 के करीब हमने कंप्लेंट्स का निपटारा कर लिया। बाकी जो है ये 700-800 कंप्लेंट तो रनिंग में चलती रहती है। हमने काफ़ी संख्या में सुमोटो कॉग्निजेंस लिए और वो ज़्यादातर कॉग्निजेंस आप लोगों के जो पेपर में रिपोर्टिंग हुई उसके बेस पे ही हमने वो दिए और काफ़ी हद तक उन सभी इश्यूज़ के अंदर बड़े इम्पोर्टेंट इश्यूज सामने आए जिसके अंदर जो है कमीशन ने डिसीजन लिया। जहाँ कहीं कंपनसेशन बनता था वहाँ कंपनसेशन भी दिया और पुलिस के खिलाफ भी एक्शन हुए और डिपार्टमेंट के लोगों के खिलाफ भी एक्शन लिए गए। उन्होंने दस्सिया कि अक्तूबर 2012 तो इस वरे अक्तूबर तक कमिशन को 23,192 शिकायतां दर्ज की गई जिन्हां विचों 22,454 शिकायतां निपटारा किया जा चुका है। उन्होंने दस्सिया कि कमिशन वालों सूबा सरकार को जेल में बंद कैदियों लिए एक नीति बनाने संबंधी सुझाव दिता गया तो सूबा सरकार ने नीति बनाई जिस तहत न्यायिक हिरासत में मौत के मामले में मुआवजा दिता जाता है और कैदियों लिए कमिशन की सिफारिश से कुछ होर व्यवस्थावां भी कीतियां गईयां ने। उन्होंने दस्सिया कि कौमी मनुखी अधिकार कमिशन ने भी इस सुझाव को सही दसदियां देश के ਵੱਖ-ਵੱਖ सूबਿਆਂ ਦੀਆਂ ਸਰਕਾਰਾਂ ਨੂੰ ਇਹ ਨੀਤੀ अपनाने ਲਈ आख्या है। भारतीय जनता पार्टी की पंजाब इकाई के प्रभारी विजय रूपानी ने आज चंडीगढ़ के सैक्टर 37 के पार्टी दफ्तर च पंजाब के भाजपा के अहुदेदारां नाल मीटिंग की। पंजाब पार्टी प्रभारी 2 दिनों के पंजाब के दौरे ते ने। दौरे के पहले दिन उन्होंने वालों आज चंडीगढ़ च मीटिंग की जिस संबंधी बाद दोपहर मीडिया को जानकारी दी जा रही है। उन्होंने भलके सूबे के पार्टी जिला प्रधानों ते अहुदेदारां नाल मीटिंग समेत कुछ होर मीटिंगां का प्रोग्राम भी है। पंजाब के मुख्यमंत्री भगवंत मान ने पंजाबी बोलने पर पाबंदी लगाने वाली सिक्ख्या संस्थावां नूं सख्त कार्रवाई की चेतावनी दी। मुख्यमंत्री ने पंजाबी यूनिवर्सिटी पटियाला में अंतर यूनिवर्सिटी युवक मेले के कल आखिरी दिन समाप्ति समारोह दौरान इकट्ठ को संबोधन करदे कहा कि उन्होंने ध्यान में आया है कि कुछ सिक्ख्या संस्थावां अपने कैंपसां विच पंजाबी बोलने पर जुर्माने ला रही है। ये गैर वाजबा है क्योंकि सूबे में रहिंदे सारे पंजाबियों की माँ बोली पंजाबी है। उन्होंने अजिहियां संस्थावां विरुद्ध करड़ी कार्रवाई की गल आखी। मुख्यमंत्री ने कहा कि पंजाब नूं दुनिया भर में मोहरी सूबा बनाने लई नौजवानों नूं सरगर्म भूमिका निभानी होवेगी। उन्होंने कहा कि पंजाब कोल नौजवानों की अथात ताकत ते हुनर का भंडार है और समा आ गया है कि नौजवान सूबे के समाज के आर्थिक ते समाजिक विकास में उसारू योगदान पाउण।
ਉਹਨਾਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਫਕੀਰਾਂ, ਪੈਗੰਬਰਾਂ ਤੇ ਸੰਤਾਂ ਦੀ ਧਰਤੀ ਹੈ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਵਚਨਬੱਧ ਹੈ। ਤੇ ਹੁਣ ਖਬਰਾਂ ਫਟਾਫਟ। ਪ੍ਰਧਾਨ ਮੰਤਰੀ ਅੱਜ ਸ਼ਾਮ ਸ਼੍ਰੀ ਅਰਬਿੰਦੋ ਦੀ 150ਵੀਂ ਜਯੰਤੀ ਸਮਾਰੋਹ ਨੂੰ ਵੀਡੀਓ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਲੋਕ ਸਭਾ ਵਿੱਚ ਇੱਕ ਲਿਖਤ ਉੱਤਰ ਵਿੱਚ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਦੀ ਇੱਕ ਰਾਸ਼ਟਰ ਇੱਕ ਪ੍ਰਸਾਰਣ ਸੇਵਾ ਦੀ ਨਹੀਂ ਹੈ ਕੋਈ ਨੀਤੀ। ਅਤੇ ਤੁਸੀਂ ਸਾਡੇ ਸਮਾਚਾਰ YouTube ਚੈਨਲ DD ਨਿਊਜ਼ ਚੰਡੀਗੜ੍ਹ, Facebook DD ਨਿਊਜ਼ ਚੰਡੀਗੜ੍ਹ ਅਤੇ ਟਵਿੱਟਰ ਹੈਂਡਲ DD ਨਿਊਜ਼ CHD ਤੇ ਵੀ ਦੇਖ ਸਕਦੇ ਹੋ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਆਗਿਆ ਦਿਓ। ਨਮਸਕਾਰ।